ਧੰਨ ਗੁਰੂ ਅਰਜਨ ਪਾਤਸ਼ਾਹ ਜੀ ਸੋਹਣੀ ਸਾਹਿਬ ਪਾਵਨ ਬਾਣੀ ਦੀ 8ਵੀਂ ਅਸ਼ਟਪਦੀ ਅੰਤਰ ਨਾਮ ਰਸੀਏ ਜੀਵ ਦੇ ਜੀਵਨ ਨੂੰ ਦ੍ਰਿਸ਼ਟਾ ਰਹੇ, ਜਿਨ੍ਹਾਂ ਦੇ ਅੰਦਰ ਵੀ ਸੱਚ ਹੋਏ, ਜਿਨ੍ਹਾਂ ਦਾ ਬਾਹਰੋਂ ਜੀਵਨ ਵੀ ਸੱਚ 'ਚ ਰਤਿਆ ਹੋਏ, ਉਹਨਾਂ ਦੇ ਜੀਵਨ ਦੇ ਵਿੱਚ ਕੀ ਕੀ ਸੌਖਾਈਆਂ ਨੇ, ਕੀ ਵਡਿਆਈਆਂ ਨੇ, ਕੀ ਗੁਣ ਨੇ, ਉਹ ਅਸੀਂ ਇਸ ਅਸ਼ਟਪਦੀ 'ਚ ਵਿਚਾਰ ਰਹੇ ਹਾਂ। ਸਾਹਿਬ ਨੇ ਬੜੇ ਭਾਵਪੂਰਕ ਤਰੀਕੇ ਨਾਲ ਪਿਛਲੇ ਦੋ ਪਦਿਆਂ 'ਚ ਸਮਝਾਇਆ ਕਿ ਜੋ ਰਸੀਆ ਵਿਅਕਤੀ ਹੈ, ਜੋ ਬ੍ਰਹਮ ਗਿਆਨ ਦਾ ਜਾਣਕਾਰ ਹੋ ਗਿਆ ਹੈ, ਉਸ ਦਾ ਵਿਸ਼ਵਾਸ, ਉਸ ਦੀ ਆਸਥਾ ਇੱਕ ਥਾਂ ਟਿਕੀ ਹੈ, ਤੇ ਇਸ ਵਿਸ਼ਵਾਸ ਤੇ ਅਵਸਥਾ ਜੋ ਬਣੀ ਹੋਈ ਹੈ, ਆਸਥਾ ਬਣੀ ਹੋਈ ਹੈ, ਉਸ ਦਾ ਨਾਸ਼ ਨਹੀਂ ਹੋ ਰਿਹਾ, ਉਹਦੇ ਅੰਦਰ ਗਿਰਾਵਟ ਨਹੀਂ ਆ ਰਹੀ। ਜੀਵਨ 'ਚ ਉੱਚਤਾ ਦਾ ਸਿਖਰ ਹੈ, ਪਰ ਗਰੀਬੀ ਦੀ ਸੁਭਾਅ ਹੈ, ਅੰਦਰ ਨਿਮਰਤਾ ਅਪਣਾਈ ਹੋਈ ਹੈ, ਕਿਤੇ ਜਰਾ ਜਿੰਨਾ ਲੇਸ ਮਾਤਰ ਵੀ ਅਹੰਗ ਨਹੀਂ ਹੈ। ਖੁਦ ਤੇ ਗਿਆਨ ਤੇ ਜੋ ਪ੍ਰਾਪਤੀਆਂ ਹੋਈਆਂ ਨੇ, ਉਸ ਦਾ ਅਹੰਗ ਨਹੀਂ ਹੈ, ਸਗੋਂ ਉਸ ਦੇ ਸੁਭਾਅ 'ਚ ਪਰਉਪਕਾਰ ਵਸਿਆ ਹੋਇਆ, ਦੂਸਰੇ ਦਾ ਭਲਾ ਹੋ ਜਾਏ। ਉਹ ਧੰਦਿਆਂ 'ਚ ਨਹੀਂ ਉਲਝਦਾ, ਉਸਨੇ ਮਾਇਆ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ, ਇਸ ਲਈ ਉਹ ਸਫਲ ਜੀਵਨ ਵਾਲਾ ਹੈ। ਤੇ ਸਾਹਿਬ ਕਹਿੰਦੇ ਨੇ ਉਸਨੇ ਅੰਦਰ ਦੇ ਔਗੁਣ ਤਿਆਗੇ ਹੋਏ ਨੇ, ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਸੁਖ ਸਹਿਜ ਨਿਵਾਸ ਪਾ ਰਿਹਾ ਹੈ। ਅੱਜ ਦੇ 6ਵੇਂ ਪਦੇ ਦੀ ਸ਼ੁਰੂਆਤ ਸਾਹਿਬ ਕਰਦਿਆਂ ਹੋਇਆਂ ਕਹਿੰਦੇ ਨੇ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬ੍ਰਹਮ ਗਿਆਨੀ ਉਹ ਹੈ ਜੋ ਪਰਮਾਤਮਾ ਦੇ ਬਾਬਤ ਜਾਣਕਾਰੀ ਹਾਸਲ ਕਰ ਚੁੱਕਾ, ਉਸਨੇ ਜਾਣ ਲਿਆ। ਪਰ ਜਾਣਨ ਵਾਲੇ ਦੀ ਵੱਡੀ ਵਡਿਆਈ ਇਹ ਹੈ, ਜੋ ਜਾਣ ਜਾਂਦਾ ਹੈ ਉਹ ਚੁੱਪ ਕਰ ਜਾਂਦਾ, ਕਿਉਂਕਿ ਪਰਮਾਤਮਾ ਤੇ ਅਥਾਹ ਸਮੁੰਦਰ ਹੈ। ਸਾਹਿਬ ਬਾਣੀ 'ਚ ਕਹਿੰਦੇ ਨੇ ਵੀ ਤੂੰ ਸਾਗਰ ਹੈ ਅਤ ਵੱਡਾ, ਤੇਰੇ ਸਾਹਮਣੇ ਮੈਂ ਨਿੱਕੀ ਜਿਹੀ ਮਛਲੀ ਹਾਂ। ਉਸ ਦਰਿਆ ਦੀ, ਉਸ ਵੱਡੇ ਸਾਗਰ ਦੀ ਮੈਂ ਇੱਕ ਨਿੱਕੀ ਜਿਹੀ ਮਛਲੀ ਹਾਂ, ਤੇਰਾ ਅੰਤ ਮੈਂ ਕਿਵੇਂ ਪਾਵਾਂ? ਹਾਂ, ਮੈਂ ਤੇਰੇ ਵਿੱਚ ਹੀ, ਮੈਂ ਇਸ ਪਾਣੀ ਨੂੰ, ਇਸ ਸਾਗਰ ਨੂੰ ਜਾਣਦੀ ਵੀ ਹਾਂ, ਤੇਥੋਂ ਬਾਹਰ ਵੀ ਨਹੀਂ, ਤੇਥੋਂ ਬਾਹਰ ਮੇਰਾ ਕੋਈ ਜੀਵਨ ਨਹੀਂ। ਜਿਵੇਂ ਮਛਲੀ ਪਾਣੀ ਤੋਂ ਬਾਹਰ ਜਾਏਗੀ, ਮਰ ਜਾਏਗੀ, ਅਸੀਂ ਵੀ ਉਸ ਦੇ ਹੁਕਮ ਦੇ ਅੰਦਰ ਹੀ ਹਾਂ। ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ, ਉਸ ਤੋਂ ਬਾਹਰ ਨਹੀਂ ਹਾਂ। ਹਾਂ, ਉਸ ਦੇ ਵਿੱਚ ਹੀ, ਉਸ ਨੂੰ ਜਾਣਦਾ ਵੀ ਹਾਂ, ਪਰ ਮੈਂ ਇਹ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਸਾਰਾ ਹੀ ਜਾਣ ਗਿਆ, ਕਿਉਂਕਿ ਮੈਂ ਤਾਂ ਕੁਛ ਵੀ ਨਹੀਂ, ਉਸ ਦੇ ਸਾਹਮਣੇ ਤੁੱਛ ਹਾਂ। ਜਿਸ ਨੇ ਕੋਟ ਬ੍ਰਹਿਮੰਡ ਬਣਾ ਦਿੱਤੇ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਜਿਹਦੇ ਇੱਕ ਬੋਲ ਦੇ ਨਾਲ ਸਾਰੀ ਦੁਨੀਆ ਬਣ ਗਈ। ਸਿਰਫ ਇਹ ਧਰਤੀ ਨਹੀਂ, ਕੋਟ ਗ੍ਰਹਿ ਬਣ ਗਏ, ਕੋਟ ਸੂਰਜ ਤਾਰੇ ਬਣ ਗਏ, ਇੱਕੋ ਆਵਾਜ਼ 'ਚ। ਮੈਂ ਉਸ ਬਾਬਤ ਕੀ ਕਹਾਂਗਾ, ਕੁਦਰਤ ਕਵਣ ਕਹਾਂ, ਵਿਚਾਰ ਵਾਰਿਆ ਨ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇਰੀ ਮੈਂ ਕੀ ਗੱਲ ਕਹਿ ਸਕਦਾ। ਐਸਾ ਹੋਇਆ ਕਿ ਇੱਕ ਵਾਰ ਇੱਕ ਵਿਦਵਾਨ ਪੰਡਿਤ, ਪੁਰਾਣੇ ਵੇਲੇ ਦੀ ਗੱਲ ਹੈ, ਮਹਾਤਮਾ ਬੁੱਧ ਨੂੰ ਮਿਲਣ ਪਹੁੰਚ ਗਏ। ਬੁੱਧ ਰਸ ਗਏ ਸਨ ਸੱਚ ਵਿੱਚ, ਲੋਕ ਆਉਂਦੇ ਰਹਿੰਦੇ ਸਨ। ਬੁੱਧ ਨੂੰ ਉਸ ਪੰਡਿਤ ਨੇ ਸਵਾਲ ਕੀਤਾ ਵੀ ਕੁਝ ਦੱਸੋ ਜੋ ਜਾਣ ਗਏ ਹੋ, ਕੁਝ ਦੱਸੋ ਜੋ ਜਾਣ ਗਏ ਹੋ, ਰੱਬ ਦੇ ਬਾਬਤ ਸਾਨੂੰ ਵੀ ਦੱਸੋ। ਕੀ ਤੁਹਾਨੂੰ ਪਤਾ ਲੱਗ ਗਿਆ, ਜਾਣ ਗਏ ਹੋ?
कि बिल्कुल नहीं जाने। तो बुद्ध अगों चुप करके बैठे रहे। पंडित सवाल पा के बैठा रहा, बुद्ध अपनी आनंद विच बैठे रहे। चेलियां दे अंदर उतावलापन आए भी साडा गुरु दसदा ही कुछ नहीं। काफ़ी देर बैठन तो बाद पंडित ने हथ जोड़े, नमस्कार की ते चल गया। मेरे वर्गे जो उतावले चेले सन उन्होंने जाके कहा भी साडी तां हदक हो गई, तुहानू पता नहीं भी कितना वड्डा पंडित है, तुसी उसकी गल का कोई जवाब नहीं दिता, बाहर जाके की कहेगा। बुद्ध नूं कुछ नहीं आउंदा, हदक हो जाएगी, तुसी कुछ तो जवाब दिंदे ही। तो बुद्ध ने बड़े सहज से कहा भी मैं की जवाब दूँ, ये तो मैं कह नहीं सकता भी मैं परमात्मा नूं नहीं जानता, क्योंकि जानदा जिसनों जानते हाँ उस बाबत ये तो नहीं कहा जा सकता भी नहीं जान, पर मैं सारा तो जानता नहीं, मैं कुछ एक अद्धा कण ही सिर्फ परमात्मा के बाबत जानदा, सारी जानकारी तो मेरे को है नहीं। फिर मैं दावे नाल ये भी नहीं कह सकता भी मैं जानदा। जिथे दसना औखा होए कि जानते हाँ या नहीं जानते, उत्थे चुप ही भली है। तो तुसी देखना सी बड़े अहो भाव च प्रेम भाव च मुड़ के गया है, वो साडी चुप चों भी साडा जवाब समझ गया। तो जानकार व्यक्ति चुप चों भी जवाब जान जाएगा। दसन वाले दे लई औखाई है, मैं की दसां। इसे लिए गुरु नानक साहब कहते भी मेरा की जोर है मैं तेनों दस सका, कुदरत कवन कहाँ विचार, वारे न जावा एक बार। मेरे च तां कोई ताकत नहीं, मैं तेथों एक बार भी वारने जा सका, फिर मैं तेरे बाबत की विचारदा। पर यह भी नहीं कह सकते भी मैं कुछ नहीं जानता, जानता ते। पंजवें पातशाह जी ने कहा भी ऐसा नहीं भी वो चर्चावां कर रहा है, आपने क्या ब्रह्म ज्ञानी ब्रह्म का बेटा जानकार हो गया, जानकार हो गया तो चुप हो गया। जितना घड़ा पूरा भरता जाएगा उतना ही उसका छिलकाव घटता जाएगा। भरिया होया नहीं डोलेगा, खाली होएगा आवाज़ भी देगा, डोलेगा भी, छिलकाव भी होएगा। खाली भांडा खड़कता रहेगा, भरिया होया नहीं, ये फर्क रहेगा हमेशा। इसलिए जिन्नियां ने भी रौला पाया है सब खाली भांडे सन। जो कहते ने असीं जान गए, सानू सब पता लग गया, असीं रब तक पहुँच गए, जो रौला पा रहे सन सब खाली भांडे। इस बाबत साहब ने बाणी च कहा सोई अजान कह मैं जाना। सब तो वड्डा मूर्ख वो है जो कहता मैनू सब पता लग गया। जानन हार ना शाना, उसनू कुछ नहीं पता लगा उस परमात्मा के बारे। क्योंकि जे पता लग जाता फिर वो कह ही नहीं सी सकता कि मैं जानता, क्योंकि मैं तो बूंद बराबर हाँ सागर की। हुण बूंद कहे मैं सागर नूं जान गई, एक भाव च गल सच्ची है क्योंकि वो बूंद सागर का हिस्सा, पर दूजे भाव च तो सिर्फ एक बूंद है, सागर तो बड़ा ही वड्डा है, असंख बूंदां दा भंडार है। किवें कहेगा भी मैनूं पता है सारा। असीं तो इतने टुकड़े च बैठे हाँ, इधर धरती भी इतनी वड्डी है, असीं तो धरती नूं ही सर नहीं कर सकते, तो फिर कोट ब्रह्मंड का जो मालिक है उस तक किवें अपड़ हो जाएगा। हाँ, जिहड़ा गुरु राही मालिक दे नाम रस का रसिया हो गया, वो जानकार हो गया। बूंद सागर का हिस्सा है, पर वो रौला नहीं पा रहा। इस तो उल्ट की कर रहा है, ब्रह्म ज्ञानी एक संग हेता, उसका सिर्फ ते सिर्फ एके दे नाल प्यार पिया होया, छुपा लिया। प्रीत सच्ची प्रीत, इसका बाहर दिखावा करने की लोड़ नहीं, ये तो मन का खेल है।
ਮਨ ਦਾ ਖੇਲ ਹੈ। ਇਸ ਲਈ ਤਾਂ ਭਗਤ ਰਵਿਦਾਸ ਜੀ ਨੇ ਬੋਲ ਕਹੇ, ਮਾਲਕਾ ਤੇਰੀ ਮੇਰੀ ਸਾਂਝ ਬੋਲਣ ਵਾਲੀ ਨਹੀਂ, ਇਹ ਐਸੀ ਹੈ ਕਿ ਜੋ ਤੁਮ ਗਿਰਿਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਜੇ ਤੂੰ ਬੱਦਲ ਹੋਏ ਤੇ ਮੈਂ ਮੋਰ ਹੋਵਾਂ, ਤੂੰ ਚੰਦ ਹੋਏ ਮੈਂ ਚਕੋਰ ਹੋਵਾਂ, ਤੂੰ ਦੀਵਾ ਹੈ ਤੇ ਮੈਂ ਵੱਟੀ ਹਾਂ। ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ। ਤੂੰ ਤੀਰਥ ਹੋਏ ਤੇ ਮੈਂ ਤੀਰਥ ਤੇ ਨਹਾਉਣ ਵਾਲਾ ਸ਼ਰਧਾਲੂ। ਹੋਰ ਮੈਂ ਕੋ ਗਹਿਰੇ ਭਾਵ 'ਚ ਪ੍ਰੀਤ ਨੂੰ ਨਹੀਂ ਬਿਆਨ ਕਰ ਸਕਦਾ, ਡਿਫਾਈਨ ਨਹੀਂ ਕਰ ਸਕਦਾ। ਕਿਉਂ ਸਮਝ ਲਓ, ਜਿਵੇਂ ਮੋਰ ਨੱਚ ਰਿਹਾ ਹੈ ਬੱਦਲਾਂ ਨੂੰ ਦੇਖ ਕੇ, ਸਾਹਿਬ ਕਹਿੰਦੇ ਮੇਰੇ ਅੰਦਰ ਵੀ ਉਮਾਹੜਾ ਜਾਗ ਰਿਹਾ ਹੈ, ਜਿਉਂ-ਜਿਉਂ ਉਸ ਦੇ ਨਾਲ ਨਜ਼ਦੀਕੀ ਬਣਦੀ ਹੈ। ਇਸ ਨੂੰ ਹੀ ਆਪ ਨੇ ਕਿਹਾ ਵੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਏਕ ਸੰਗ ਹੇਤਾ, ਉਸਦਾ ਹੇਤ ਐਸਾ ਹੈ, ਦਿਖਾਵੇ ਦਾ ਨਹੀਂ। ਦੀਵੇ ਤੇ ਵੱਟੀ ਵਾਲਾ ਹਿਸਾਬ ਹੈ। ਦੀਵੇ ਤੇ ਵੱਟੀ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਵੱਟੀ ਬਗੈਰ ਦੀਵਾ ਨਹੀਂ, ਤੇ ਇਕੱਲੀ ਵੱਟੀ ਦਾ ਕੋਈ ਮੁੱਲ ਨਹੀਂ ਜੇ ਦੀਵਾ ਨਾ ਹੋਵੇ। ਦੋਨੋਂ ਜੁੜੇ ਹੋਏ ਨੇ। ਚਕੋਰ ਬਾਕੀ ਪੰਛੀਆਂ ਨਾਲੋਂ ਵੱਖ ਤਾਂ ਹੀ ਹੈ ਕਿਉਂਕਿ ਉਸਨੇ ਚੰਦ ਨਾਲ ਆਪਣੀ ਟਿਕਟਿਕੀ ਲਗਾਈ ਹੋਈ ਹੈ, ਨਹੀਂ ਤੇ ਬੜੇ ਪੰਛੀ ਨੇ। ਸਭ ਦੀ ਗੱਲ ਨਹੀਂ ਹੋ ਰਹੀ। ਬ੍ਰਹਮ ਗਿਆਨੀ ਵੀ ਇੱਕ ਹੀ ਹੈ, ਉਹ ਬਾਕੀਆਂ ਵਾਂਗਾ ਨਹੀਂ ਹੈ। ਇਸ ਲਈ ਸਾਹਿਬ ਨੇ ਉਸ ਲਈ ਵੱਖਰਾ ਕਰਕੇ ਕਿਹਾ ਹੈ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ। ਉਹ ਜਾਣਕਾਰ ਤੇ ਹੋ ਗਿਆ ਹੈ ਪਰ ਰੌਲਾ ਨਹੀਂ ਪਾਉਂਦਾ। ਪ੍ਰੀਤ ਉਹਦੀ ਗਹਿਰੀ ਹੈ, ਇੱਕ ਨਾਲ ਹੈ, ਪਰ ਬਾਹਰ ਉਹ ਦਿਖਾਵਾ ਨਹੀਂ ਕਰਦਾ, ਅੰਦਰ ਮਾਣ ਰਿਹਾ ਹੈ। ਤੀਸਰੀ ਗੱਲ ਆਪ ਕਹਿੰਦੇ, ਬ੍ਰਹਮ ਗਿਆਨੀ ਕੈ ਹੋਏ ਅਚਿੰਤ। ਬ੍ਰਹਮ ਗਿਆਨੀ ਨੇ ਆਪਣੇ ਜੀਵਨ ਤੋਂ ਚਿੰਤਾ ਨੂੰ ਮੁਕਾ ਦਿੱਤਾ ਹੈ। ਉਹ ਅਚਿੰਤ ਸਰੂਪ 'ਚ ਜਾ ਪੜਿਆ ਹੈ, ਕੋਈ ਚਿੰਤਾ ਨਹੀਂ। ਜਿਸ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਸਾਨੂੰ ਸਮਝਾ ਰਹੇ ਨੇ, ਚਿੰਤਾ ਤਾਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਬ੍ਰਹਮ ਗਿਆਨੀ ਇਸ ਗੱਲ ਦੇ ਨਾਲ ਐਨ ਰਸਿਆ ਹੋਇਆ। ਕਹਿੰਦੇ ਕੁਛ ਵੀ ਐਸਾ ਨਹੀਂ ਹੈ ਇਸ ਜਗਤ ਤੇ ਜੋ ਪਰਮਾਤਮਾ ਦੀ ਹੁਕਮ ਰਜਾ ਵਾਲੀ ਖੇਲ ਤੋਂ ਬਾਹਰ ਹੋ ਜਾਏ। ਇਸ ਗੱਲ ਵੀ ਵਿਚਾਰਿਆ ਸੀ ਗੱਲ ਕਿ ਪਰਮਾਤਮਾ ਨੇ ਸੰਜੋਗ ਤੇ ਵਿਜੋਗ ਸੱਤਾ ਬਣਾਈ ਹੋਈ ਹੈ। ਸੰਜੋਗ ਵਿਜੋਗ ਦੋਇ ਕਾਰ ਚਲਾਵੈ, ਲੇਖੇ ਆਵੈ ਭਾਗ। ਉਸਨੇ ਹੀ ਸੰਜੋਗ ਸੱਤਾ ਵੀ ਕਾਇਮ ਕੀਤੀ ਹੈ ਤੇ ਵਿਜੋਗ ਸੱਤਾ ਵੀ। ਮੈਨੂੰ ਮੇਰੇ ਲੇਖੇ ਦਾ ਭਾਗਾਂ ਦਾ ਮਿਲ ਜਾਣ, ਜੋ ਮੇਰੇ ਕਰਮਾਂ 'ਚ ਤੈਅ ਹੋ ਗਿਆ ਹੈ ਪਹਿਲਾਂ ਤੋਂ ਸਭ ਮਿਲ ਜਾਣ। ਸੰਜੋਗ 'ਚ ਮਿਲੇਗਾ, ਵਿਜੋਗ 'ਚ ਜਾਏਗਾ ਵੀ। ਇਸ ਲਈ ਚਿੰਤਾ ਕਿਉਂ ਕਰਨੀ। ਸਤਿਗੁਰੂ ਜੀ ਕਹਿੰਦੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਜਲ ਮੈਂ ਜੰਤ ਉਪਾਏ, ਕਹਿ ਤਿਨਾ ਪਿਰੋਜੀ ਦੇ। ਹਮੇਸ਼ਾ ਚਿੰਤਾ ਉਹ ਕਰੇ ਜਿਸਨੇ ਜੰਮਿਆ ਹੈ, ਪੈਦਾ ਕੀਤਾ। ਅਸੀਂ ਤੇ ਹੋ ਗਏ ਹਾਂ, ਆਪਣੀ ਮਰਜ਼ੀ ਨਾਲ ਨਹੀਂ ਆਏ, ਉਸ ਦੀ ਮਰਜ਼ੀ ਨਾਲ ਆਏ। ਜਦੋਂ ਕਿਸੇ ਦੀ ਮਰਜ਼ੀ 'ਚ ਅਸੀਂ ਕਿਤੇ ਵੀ ਜਾਵਾਂਗੇ ਤਾਂ ਫਿਰ ਰਸਤੇ ਦਾ ਟੀਏ ਡੀਏ ਤੇ ਮਿਲ ਜਾਏਗਾ। ਆਮ ਕਹਿੰਦੇ ਵੀ ਅਸੀਂ ਆਪਣੇ ਕੰਮ ਨਹੀਂ ਜੀ, ਦਫ਼ਤਰ ਦੇ ਕੰਮ ਜਾ ਰਹੇ। ਬੰਦਾ ਕਹਿ ਦਿੰਦਾ ਪਰਸਨਲ ਕੰਮ ਤੇ ਨਹੀਂ ਚੱਲਾ, ਮੈਨੂੰ ਤੇ ਅਮਕਿਆਂ ਨੇ ਭੇਜਿਆ, ਰਾਹਦਾਰੀ ਰਸਤੇ ਦਾ ਖਰਚ ਦੇ ਕੇ ਭੇਜਿਆ। ਪਰਮਾਤਮਾ ਨੇ ਸਾਨੂੰ ਭੇਜਿਆ, ਅਸੀਂ ਆਪ ਤੇ ਆਏ ਨਹੀਂ, ਉਹਨੇ ਭੇਜਿਆ ਹੈ। ਇਸ ਲਈ ਉਹਨੇ ਰਸਤੇ ਦੀ ਰਾਹਦਾਰੀ ਖਰਚਦਾਰੀ ਦੇ ਕੇ ਭੇਜਿਆ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਜਲ ਮੈਂ ਜੰਤ ਉਪਾਏ, ਕਹਿ ਤਿਨਾ ਪਿਰੋਜੀ ਦੇ। ਉਹਨੇ ਪਾਣੀ 'ਚ ਵੀ ਜੇ ਜੀਵ ਬਣਾਏ ਨੇ, ਉਹਨਾਂ ਨੂੰ ਵੀ ਰੋਜੀ ਦੇ ਰਿਹਾ।
ਤੈਨੂੰ ਵੀ ਉਹਨੇ ਭੇਜਿਆ ਤੇ ਤੇਰਾ ਵੀ ਰਿਜ਼ਕ ਉਸਨੇ ਬਣਾਇਆ ਹੋਇਆ, ਲਿਖਿਆ ਆਵੈ ਭਾਗ। ਜੋ ਇਸ ਗੱਲ ਦਾ ਜਾਣਕਾਰ ਹੋ ਗਿਆ ਹੈ, ਜਿਸ ਨੂੰ ਸੱਚਮੁੱਚ ਪਰਮਾਤਮਾ ਦਾ ਇਹ ਖੇਲ ਸਮਝ ਆ ਗਿਆ, ਉਹ ਕਿਉਂ ਚਿੰਤਾ ਕਰੇਗਾ? ਉਹ ਅਚਿੰਤ ਹੋ ਗਿਆ। ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਉਸ ਦੇ ਸੁਭਾਅ ਦੇ ਵਿੱਚੋਂ ਚਿੰਤਾ ਚਲੀ ਗਈ। ਇਹ ਸੋਚ ਉਸਨੇ ਪ੍ਰਮਾਤਮਾ ਤੇ ਛੱਡਤੀ ਹੈ ਵੀ ਮੈਂ ਕਿਉਂ ਸੋਚੀ ਜਾਵਾਂ, ਜਦ ਕੀਤਾ ਉਸਦਾ ਹੋਣਾ ਹੈ, ਦਾਤ ਉਸਨੇ ਨਿਵਾਜਣੀ ਹੈ, ਤੇ ਫਿਰ ਮੈਂ ਕਿਉਂ ਚਿੰਤਾ ਕਰੀ ਜਾਵਾਂ। ਕੁਛ ਵੀ ਐਸਾ ਨਹੀਂ ਹੈ ਜੋ ਅਨਹੋਣੀ ਹੋ ਜਾਏ, ਸਭ ਉਸਨੇ ਤੈਅ ਕੀਤਾ ਹੈ, ਇਸ ਲਈ ਤੇ ਚਿੰਤਾ ਕਿਉਂ ਕਰਾਂ। ਸਮਝ ਆ ਗਈ ਹੈ ਇਤਨੀ ਗੱਲ, ਉਹ ਅਚਿੰਤ ਹੋ ਗਿਆ। ਬ੍ਰਹਮ ਗਿਆਨੀ ਕਾ ਨਿਰਮਲ ਮਨ। ਆਪ ਕਹਿੰਦੇ ਨੇ ਬ੍ਰਹਮ ਗਿਆਨੀ ਦਾ ਮੰਤਰ ਜੋ ਹੈ, ਉਪਦੇਸ਼ ਜੋ ਹੈ, ਉਹ ਵੀ ਬਿਲਕੁਲ ਨਿਰਮਲ ਹੋ ਚੁੱਕਾ ਹੈ। ਉਸ ਅੰਤਰ ਵੀ ਕੋਈ ਭੇਦ ਨਹੀਂ ਰਿਹਾ। ਪਰਮਾਤਮਾ ਦੀ ਐਸੀ ਬਖਸ਼ ਹੈ, ਜੋ ਰਸਿਆ ਹੋਇਆ ਹੈ ਨਾ, ਉਹਦੇ ਬੋਲ ਦੂਜਿਆਂ ਨੂੰ ਵੀ ਅੰਤਰੋਂ ਰਸਾ ਦੇਣਗੇ। ਅਗਰ ਤੁਸੀਂ ਜੁੜੇ ਹੋਏ ਹੋ, ਤੁਹਾਡੇ ਨਾਲ ਜੁੜ ਕੇ ਦੂਜਿਆਂ ਨੂੰ ਵੀ ਰਸ ਆਏਗਾ। ਅਗਰ ਤੁਸੀਂ ਆਪ ਹੀ ਥੜਕੇ ਹੋਏ ਹੋ, ਆਪ ਹੀ ਇਹਦੇ ਊਣੇ ਹੋ, ਤੇ ਦੂਸਰੇ ਨੂੰ ਕਿਵੇਂ ਭਰੋ? ਇਸ ਲਈ ਰਸੇ ਹੋਏ ਵਿਅਕਤੀ ਦੀ ਉਦਾਹਰਣ ਅਸੀਂ ਚੰਦਨ ਨਾਲ ਦਿੰਦੇ ਹਾਂ, ਕਿਉਂਕਿ ਉਹ ਆਪ ਦੀ ਰਸਿਆ ਹੈ, ਖੁਸ਼ਬੂਦਾਰ ਹੈ, ਤੇ ਦੂਜਿਆਂ ਨੂੰ ਵੀ ਖੁਸ਼ਬੂ ਬਖਸ਼ਦਾ। ਇਸ ਨੂੰ ਭਗਤਾਂ ਨੇ ਉਹ ਗਾਇਆ ਹੈ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਅਸੀਂ ਉਹਦੇ ਪਿਆਰਿਆਂ ਦੀ ਸ਼ਰਨ 'ਚ ਤਾਂ ਜਾਂਦੇ ਹਾਂ ਕਿਉਂਕਿ ਉਹ ਆਪ ਰਸੇ ਹੋਏ ਨੇ। ਉਹਨਾਂ ਦਾ ਮੰਤਰ ਬੜਾ ਨਿਰਮਲ ਹੈ, ਦੂਜਿਆਂ ਨੂੰ ਵੀ ਰਸਾ ਦਿੰਦੇ। ਉਹਨਾਂ ਦਾ ਆਸਰਾ ਲਿਆ ਹੈ। ਹਮ ਸੰਤਨ ਸਿਉ ਬਨ ਆਈ, ਇਹ ਮਨ ਤੇਰਾ ਭਾਈ। ਕਹਿੰਦੇ ਨੇ ਐਸੀ ਰੱਬ ਦੇ ਪਿਆਰਿਆਂ ਨਾਲ ਬਣਾ ਦਿੱਤੀ ਹੈ, ਬਣਾ ਲਈ ਹੈ, ਮਨ ਆਪਣਾ ਦੇਤਾ ਹੈ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਸੰਤਨ ਦੇ ਨਾਲ ਹੀ ਮੇਰਾ ਵਿਵਹਾਰ ਹੈ, ਭਾਵ ਉਪਦੇਸ਼ ਮੈਂ ਉੱਥੋਂ ਹੀ ਲੈ ਰਿਹਾ। ਸੰਤਨ ਦੇ ਨਾਲ, ਰੱਬ ਦੇ ਪਿਆਰਿਆਂ ਨਾਲ ਜੁੜ ਕੇ ਹੀ ਮੈਂ ਲਾਹਾ ਖੱਟਿਆ ਹੈ। ਮੇਰਾ ਵੀ ਭੰਡਾਰਾ ਹੁਣ ਭਗਤੀ ਨਾਲ ਭਰ ਗਿਆ। ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ। ਨਾਮ ਪੂੰਜੀ ਦੀ ਪ੍ਰਾਪਤੀ ਹੁੰਦਿਆਂ ਹੀ ਮਨ ਦਾ ਧੋਖਾ ਮੁੱਕ ਗਿਆ। ਧਰਮ ਰਾਏ ਅਬ ਕਹਾਂ ਕਰੇਗਾ, ਜੋ ਫਾਟਿਓ ਸਗਲਾ ਲਿਖ। ਹੁਣ ਧਰਮਰਾਜ ਵੀ ਮੇਰਾ ਕੁਝ ਨਹੀਂ ਵਿਗਾੜ ਸਕਦਾ, ਜੀਵਨ ਸੁਖਾਲਾ। ਸਾਹਿਬ ਕਹਿੰਦੇ ਨੇ, ਇੱਕ ਤੇ ਉਹ ਅਚਿੰਤ ਹੈ, ਦੂਸਰਾ ਉਸ ਦਾ ਨਿਰਮਲ ਮੰਤ ਹੈ। ਉਹ ਆਪ ਵੀ ਤਰਿਆ ਹੈ, ਉਸ ਨਾਲ ਜੁੜ ਕੇ ਹੋਰ ਵੀ ਤਰ ਜਾਂਦੇ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਆਪ ਕਹਿੰਦੇ ਨੇ ਬ੍ਰਹਮ ਗਿਆਨੀ ਉਹੀ ਬਣ ਸਕਦਾ ਜਿਸ ਨੂੰ ਪ੍ਰਮਾਤਮਾ ਬਖਸ਼ਿਸ਼ ਕਰੇ। ਰਸੀਆ ਉਹੀ ਹੋ ਸਕਦਾ ਹੈ ਜਿਸ ਤੇ ਉਹ ਮਹਿਰਾਮਤ ਕਰ ਦੇ। ਮੈਂ ਤੇ ਰਸਤੇ ਤੇ ਤੁਰ ਸਕਦਾ, ਮੰਜ਼ਿਲ ਉਹੀ ਨੇੜੇ ਲਿਆਏ। ਕਈ ਜਨਮਾਂ ਤੋਂ ਚੱਲੇ ਹੋਏ ਨੇ, ਅਜੇ ਵੀ ਨਹੀਂ ਅਪੜੇ। ਕਈ ਕੁਝ ਘੰਟਿਆਂ 'ਚ ਵੀ ਪਹੁੰਚ ਜਾਂਦੇ ਨੇ। ਰਸਤਾ ਚੱਲਣਾ, ਉਦਮ ਕਰਨਾ ਮੇਰੇ ਹੱਥ ਹੈ, ਮੰਜ਼ਿਲ ਨੇੜੇ ਦੂਰ ਕਰਨੀ ਪ੍ਰਮਾਤਮਾ ਦੇ ਹੱਥ ਹੈ। ਅਸੀਂ ਚੱਲ ਸਕਦੇ ਹਾਂ, ਪਰ ਸਾਹਿਬ ਕਹਿੰਦੇ ਵੀ ਜਦੋਂ ਉਹ ਕਿਰਪਾ ਕਰੇ। ਬ੍ਰਹਮ ਗਿਆਨੀ ਉਹੀ ਹੈ ਜਿਸ ਕਰੈ ਪ੍ਰਭਾਪ, ਜਿਸ ਨੂੰ ਉਹ ਬਣਾ ਦੇ। ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਫਿਰ ਉਹਦਾ ਪ੍ਰਤਾਪ ਆਪ ਹੀ ਹੋਈ ਜਾਂਦਾ। ਜਿਨ੍ਹਾਂ ਨੂੰ ਪ੍ਰਮਾਤਮਾ ਨੇ ਭਗਤ ਬਣਾ ਦਿੱਤਾ, ਉਹਨਾਂ ਦਾ ਹੀ ਚੌਂ ਚੱਕਾਂ ਦੇ ਵਿੱਚ ਨਾਮ ਚੱਲ ਪਿਆ।
ਕਿਸੇ ਵੀ ਭਗਤ ਨੇ ਖੁਦ ਦੇ ਨਾਲ ਤਖੱਲਸ ਨਹੀਂ ਲਾਇਆ ਕਿ ਅੱਜ ਤੋਂ ਮੈਨੂੰ ਭਗਤ ਕਹਿਣਾ ਸ਼ੁਰੂ ਕਰ ਦਿਓ ਜੀ, ਮੈਂ ਰਸ ਚੁੱਕਾ ਹਾਂ, ਮੈਨੂੰ ਰੱਬ ਮਿਲ ਗਿਆ। ਕਿਸੇ ਨੇ ਨਹੀਂ ਕਿਹਾ। ਇੱਥੇ ਤੱਕ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਨਹੀਂ ਕਿਸੇ ਨੂੰ ਕਿਹਾ ਵੀ ਮੈਨੂੰ ਤੁਸੀਂ ਗੁਰੂ ਕਹੋ, ਮੈਨੂੰ ਰੱਬੀ ਰਸੀਆ ਕਹੋ। ਹਾਂ, ਲੋਕਾਂ ਨੇ ਜਿਵੇਂ ਜਾਣ ਲਿਆ ਤਿਵੇਂ ਹੀ ਪੁਕਾਰ ਕੇ ਕਿਹਾ ਹੈ ਵੀ ਇਹ ਮਿਲ ਚੁੱਕਾ ਹੈ, ਸੱਚ ਰਸੀਆ ਹੈ। ਉਸ ਦਾ ਪ੍ਰਤਾਪ ਪ੍ਰਮਾਤਮਾ ਆਪ ਹੀ ਕਰ ਦਿੰਦਾ ਹੈ। ਆਪ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਦਰਸ਼ ਬਡਭਾਗੀ ਪਾਈ। ਐਸੇ ਰਸੇ ਹੋਏ ਵਿਅਕਤੀ ਦਾ ਦੀਦਾਰ ਬੜੇ ਕਰਮਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਜੋ ਰਸ ਗਿਆ ਹੈ ਉਹਦੇ ਦੀਦਾਰ ਬੜੇ ਕੀਮਤੀ, ਨਾਮ ਰਸੀਏ ਤੇ, ਕਿਉਂਕਿ ਉਸ ਅੰਦਰ ਉਹ ਲੋ ਜਗੀ ਹੋਈ ਹੈ ਸੱਚੀ। ਉਸ ਦੇ ਨੇੜੇ ਜਾਂਦਿਆਂ ਸਾਨੂੰ ਵੀ ਉਹ ਸੇਕ ਤੇ ਚਾਨਣ ਪ੍ਰਾਪਤ ਹੋ ਜਾਏ। ਪਰ ਦੁਖਾਂਤ ਇਹ ਹੈ ਕਿ ਲੋ ਥੋੜਿਆਂ ਦੇ ਜਗੀ ਹੈ, ਬਹੁਤਿਆਂ ਨੇ ਆਪਣਾ ਨੌ ਤੈਸਾ ਰਖਾ ਲਿਆ। ਜਿਵੇਂ ਸ਼ਿਵਨਾਬ ਰਾਜੇ ਨੂੰ ਜਦੋਂ ਗੁਰੂ ਨਾਨਕ ਸਾਹਿਬ ਬਾਰੇ ਪਤਾ ਲੱਗਾ ਭਾਈ ਮਨਸੁਖ ਜੀ ਤੋਂ, ਉਹਨੇ ਪੁੱਛਿਆ ਵੀ ਕਿਵੇਂ ਦੀਦਾਰ ਹੋਣਗੇ। ਉਹ ਕਹਿੰਦੇ ਵੀ ਮਨ ਲਾ ਕੇ ਬੈਠੇ ਰਹੋ, ਗੁਰੂ ਨਾਨਕ ਆਪੇ ਹੀ ਆ ਜਾਏ। ਹੁਣ ਪਾਖੰਡੀਆਂ ਨੂੰ ਵੀ ਇਹ ਸੁਨੇਹਾ ਪੜ ਗਿਆ ਕਿ ਗੁਰੂ ਨਾਨਕ ਇੱਥੇ ਆਉਣਗੇ। ਸ਼ਿਵਨਾਬ ਉਡੀਕ 'ਚ ਹੈ ਤੇ ਕਿਤਨੇ ਹੀ ਪਾਖੰਡੀ ਗੁਰੂ ਨਾਨਕ ਬਣ ਕੇ ਪਹੁੰਚ ਗਏ, ਕਿਤਨੇ ਹੀ ਪਹੁੰਚ ਗਏ, ਆਪਣਾ ਨਾਮ ਨਾਨਕ ਰੱਖ ਲਿਆ। ਇੱਥੇ ਤੱਕ ਕਿ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕੁਰੂਸ਼ੇਤਰ ਦੀ ਧਰਤੀ ਤੇ ਆਏ, ਸੂਰਜ ਗ੍ਰਹਿਣ ਲੱਗਾ ਹੋਇਆ ਸੀ। ਜਦੋਂ ਇੱਥੇ ਵਿਚਾਰ ਚਰਚਾ ਹੋਈ, ਇੱਥੇ ਵੀ ਉਸ ਪੰਡਿਤ ਨੇ ਆਪਣਾ ਨਾਮ ਨਾਨਕ ਪੰਡਿਤ ਰੱਖਿਆ ਹੋਇਆ ਸੀ। ਕੁਝ ਹਵਾਲੇ ਦੇਖ ਕੇ ਵੀ ਮੈਂ ਸੁਣਿਆ ਹੈ ਕਿ ਨਾਨਕ ਨਾਮ ਦਾ ਵਿਅਕਤੀ ਹੋਏਗਾ ਜੋ ਬਹੁ ਗਿਆਤਾ ਹੋਏਗਾ, ਉਸਨੇ ਆਪਣਾ ਨਾਮ ਨਾਨਕ ਪੰਡਿਤ ਰੱਖ ਲਿਆ ਸੀ। ਫਿਰ ਹੌਲੀ ਹੌਲੀ ਲੋਕ ਉਸ ਨੂੰ ਨਾਨੂ ਪੰਡਿਤ ਕਹਿਣ ਲੱਗ ਗਏ ਸਨ। ਲੋਕ ਨਾਮ ਰੱਖ ਲੈਂਦੇ ਨੇ, ਸੰਤ ਬ੍ਰਹਮ ਗਿਆਨੀ ਨਾਮ ਰੱਖ ਲੈਂਦੇ ਨੇ, ਪਰ ਅਸਲ 'ਚ ਬ੍ਰਹਮ ਗਿਆਨੀ ਉਹ ਹੈ ਜਿਸ ਨੂੰ ਪਰਮਾਤਮਾ ਬਣਾਏ। ਪ੍ਰਤਾਪ ਉਸ ਦਾ ਉਹੀ ਜ਼ਾਹਰ ਕਰ ਦਿੰਦਾ ਹੈ। ਐਸੇ ਰਸੇ ਹੋਏ ਵਿਅਕਤੀ ਦਾ ਦਰਸ਼ ਕਰਮਾਂ ਦੇ ਨਾਲ ਮਿਲਦਾ ਹੈ। ਇਸ ਲਈ ਆਪ ਕਹਿੰਦੇ ਨੇ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਤੋਂ ਬਲਹਾਰ ਜਾਈਏ, ਕੁਰਬਾਨ ਜਾਈਏ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ। ਆਪ ਕਹਿੰਦੇ ਨੇ ਬ੍ਰਹਮ ਗਿਆਨੀ ਦੀ ਭਾਲ ਤੇ ਦੇਵਤੇ ਵੀ ਕਰ ਰਹੇ। ਆਮ ਜੀਵ ਨਹੀਂ, ਰਸੀ ਹੋਈ ਰੂਹ ਦੀ ਭਾਲ ਤੇ ਦੇਵਤਿਆਂ ਤੱਕ ਨੂੰ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਹੇ ਨਾਨਕ ਤੂੰ ਆਖ ਬ੍ਰਹਮ ਗਿਆਨੀ ਤੇ ਉਸ ਸੱਚੇ ਦਾ ਰੂਪ ਹੋ ਚੁੱਕਾ ਹੈ, ਉਸ ਦਾ ਰੂਪ ਹੋ ਚੁੱਕਾ ਹੈ। ਇਸ ਗੱਲ ਦਾ ਮਾਣ ਨਹੀਂ ਕਰਦਾ, ਉਹ ਰੌਲਾ ਨਹੀਂ ਪਾ ਰਿਹਾ, ਪਰ ਸੱਚਮੁੱਚ ਉਸ ਪਰਮਾਤਮਾ ਦਾ ਰੂਪ ਹੋ ਚੁੱਕਾ ਹੈ। ਜਾਣਕਾਰ ਵੀ ਹੈ, ਉਸ ਨਾਲ ਹੇਤ ਵੀ ਹੈ, ਉਸ ਵਿੱਚ ਸਮਾਇਆ ਵੀ ਹੈ, ਉਸ ਦਾ ਹੀ ਹੁਣ ਰੂਪ ਹੋ ਗਿਆ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਜੀ 8ਵੀਂ ਅਸ਼ਟਪਦੀ ਦੇ 6ਵੇਂ ਪਦੇ 'ਚ ਮੱਤ ਬਖਸ਼ ਰਹੇ ਸਨ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਕਿਰਪਾ ਕਰਨੀ ਜੀ। ਪਿਆਰ ਅਦਬ ਅਤੇ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।